ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਸੰਤੋਖ ਜੀ ਬੋਲਦੇ ਪਏ ਨੇ? ਜੀ ਜੀ ਬੋਲ ਰਿਹਾ ਸਰ। ਸ਼ਹਿਨਾਜ਼ ਗਿੱਲ ਉਹਨਾਂ ਦੇ ਫਾਦਰ ਸਾਹਿਬ? ਜੀ ਬਿਲਕੁਲ ਜੀ। ਓਕੇ ਸਰ, ਮੈਨੂੰ ਅੱਜ ਅਪਡੇਟ ਮਿਲੀ ਸੀ ਤੁਸੀਂ ਬੀਜੇਪੀ ਜੁਆਇਨ ਕੀਤੀ ਹੈ। ਜੀ ਬਿਲਕੁਲ ਸਰ, ਬਿਲਕੁਲ ਜੀ। ਓਕੇ ਸਰ, ਮੁਬਾਰਕਾਂ ਤੁਹਾਨੂੰ ਜੀ। ਥੈਂਕ ਯੂ ਸਰ, ਥੈਂਕ ਯੂ ਜੀ। ਤੇ ਸਰ 2-4 ਸਵਾਲ ਸੀਗੇ। ਕਿਵੇਂ ਦੇਖਦੇ ਹੋ ਅੱਜ ਦਾ ਇੱਕ ਬਹੁਤ ਵੱਡੀ ਪਰਿਵਾਰ ਨੂੰ ਜੋ ਸਫਲਤਾ ਮਿਲੀ ਹੈ, ਇੱਕ ਵੱਡਾ ਜੋ ਆਪਾਂ ਕਹਿ ਸਕਦੇ ਸਨਮਾਨ ਵੀ ਕਹਿ ਸਕਦੇ ਹਾਂ ਦੇਸ਼ ਦੀ ਕਿਸੇ ਪਾਰਟੀ ਦੇ ਵੱਲੋਂ ਜਿਹੜੀ ਕੇਂਦਰ ਦੇ ਵਿੱਚ ਹੈ, ਜੀ ਕਿਵੇਂ ਦੇਖਦੇ ਹੋ ਇਸ ਸਨਮਾਨ ਨੂੰ ਜੋ ਐਡਾ ਵੱਡਾ ਸਨਮਾਨ ਕੇਂਦਰ ਸਰਕਾਰ ਦੇ ਵੱਲੋਂ ਮਿਲਿਆ, ਤੁਸੀਂ ਉਹਨਾਂ ਦੇ ਵਿੱਚ ਸ਼ਾਮਿਲ ਹੋ ਗਏ ਹੋ ਬੀਜੇਪੀ ਦੇ ਵਿੱਚ? ਐਕਚੁਅਲੀ ਮੇਰੀ ਬੜੇ ਜਲਦੀ ਜਿਹੜੀ ਦਿਲੀ ਖੁਆਇਸ਼ ਸੀ ਕਿ ਮੈਂ ਮੋਦੀ ਜੀ ਦੇ ਅੰਦਰ ਕੰਮ ਕਰਾਂ। ਉਹਨਾਂ ਦੀਆਂ ਨੀਤੀਆਂ, ਡਿਜੀਟਲ ਇੰਡੀਆ ਜਿਸ ਤਰ੍ਹਾਂ ਉਹਨਾਂ ਨੇ ਸੁਪਨਾ ਵੇਖਿਆ ਸੀ ਕੰਮ ਕਰ ਰਹੇ ਆ, ਮੈਨੂੰ ਬਹੁਤ ਵਧੀਆ ਲੱਗਦਾ ਸੀ। ਇਹ ਅੱਜ ਫਿਰ ਮੈਨੂੰ ਮੌਕਾ ਮਿਲਿਆ, ਅੱਜ ਮੈਂ ਬੀਜੇਪੀ ਸ਼ਾਮਿਲ ਹੋ ਗਿਆ। ਪਹਿਲਾਂ ਵੀ ਤੁਹਾਡੀ ਕੋਈ ਪਰਿਵਾਰ ਦੇ ਵਿੱਚੋਂ ਬੈਕਗ੍ਰਾਉਂਡ ਰਹੀ ਹੈ ਇਸ ਤਰ੍ਹਾਂ ਸਿਆਸਤ ਦੇ ਵਿੱਚ? ਨਹੀਂ, ਸਿਆਸਤ ਦੇ ਵਿੱਚ ਮੈਂ ਐਕਚੁਅਲੀ ਪਹਿਲਾਂ ਫਸਟ ਮੈਂ ਹੀ ਹਾਂ ਜੀ ਜਿਹੜਾ ਸਿਆਸਤ ਦੇ ਵਿੱਚ 2012 ਦੇ ਵਿੱਚ ਮੈਂ ਵਿਧਾਨ ਸਭਾ ਇਲੈਕਸ਼ਨ ਲੜਿਆ ਸੀ। ਉਸ ਤੋਂ ਬਾਅਦ 2019 ਦੇ ਵਿੱਚ ਹਿੰਦੁਸਤਾਨ ਸ਼ਕਤੀ ਸੈਨਾ ਪਾਰਟੀ ਆ ਸਾਡੇ ਪੰਜਾਬ ਦੇ ਵਿੱਚ, ਉਹਨਾਂ ਵੱਲੋਂ ਮੈਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜੀ ਸੀ। ਓਕੇ, ਤੇ ਕਿਵੇਂ ਦੇਖੀ ਇਸ ਚੀਜ਼ ਨੂੰ? ਬੀਜੇਪੀ ਨੂੰ ਤੁਹਾਡੀ ਜ਼ਰੂਰਤ ਸੀ ਜਾਂ ਤੁਸੀਂ ਵਾਕਈ ਬੀਜੇਪੀ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸੀ? ਕਿਉਂਕਿ ਸ਼ਹਿਨਾਜ਼ ਗਿੱਲ ਜੋ ਤੁਹਾਡੀ ਬੇਟੀ ਹੈ ਉਹ ਇੱਕ ਨਾਮਵਰ ਐਕਟਰ ਨੇ, ਉਹਨਾਂ ਦਾ ਵੀ ਕਿਤੇ ਨਾ ਕਿਤੇ ਆਪਣੇ ਪਹਿਚਾਣ ਆ ਲੋਕਾਂ ਦੇ ਵਿੱਚ ਵੀ। ਬੀਜੇਪੀ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਜੁਆਇਨ ਕਰਵਾਉਂਦੀ ਆਪਣੇ ਅੰਦਰ, ਜਾਂ ਬਾਕੀ ਤੁਹਾਡੇ ਮਨ ਦੇ ਵਿੱਚ ਇੱਛਾ ਸੀਗੀ ਇਹ? ਨਹੀਂ, ਇਹ ਸਿਰਫ ਮੇਰੀ ਇੱਛਾ ਸੀ ਜੀ, ਕਿਉਂਕਿ ਉਹ ਪੋਲਿਟਿਕਸ 'ਚ ਨਹੀਂ ਜ਼ਿਆਦਾ ਇੰਟਰਸਟ ਰੱਖਦੀ। ਬਾਕੀ ਇਹ ਆ ਕਿ ਜਿਸ ਤਰ੍ਹਾਂ ਮੈਂ 2019 ਦੇ ਵਿੱਚ ਇਲੈਕਸ਼ਨ ਲੜਿਆ ਸੀ, ਉਸਨੇ ਵੀ ਉਸ ਟਾਈਮ ਤੇ ਵੀ ਮੇਰੀ ਬਹੁਤ ਮਦਦ ਕੀਤੀ ਸੀ, ਆਪਣਾ ਕੰਪੇਨਿੰਗ ਕੀਤੀ ਸੀ ਮੇਰੇ ਲਈ। ਮੇਰੇ ਨਾਲ ਲੋਕਾਂ ਦੇ ਘਰਾਂ 'ਚ ਜਾ ਕੇ ਵੋਟਾਂ ਵਗੈਰਾ ਕਹਿਣਾ, ਲੋਕਾਂ ਨੂੰ ਮਿਲਣਾ, ਕਾਫੀ ਹੈਲਪ ਕੀਤੀ ਸੀ ਉਸ ਟਾਈਮ ਉਸਨੇ ਮੇਰੀ। ਤੇ ਉਮੀਦ ਹੈ ਕਿ ਇਸ ਵਾਰ ਵੀ ਅਗਰ ਮੈਨੂੰ ਪਾਰਟੀ ਟਿਕਟ ਦਿੰਦੀ ਆ ਤੇ ਮੇਰੀ ਮਦਦ ਕਰੇਗੀ ਜ਼ਰੂਰ। ਤੇ ਇਸ ਤੋਂ ਅਗਲਾ ਨੰਬਰ ਹੁਣ ਕੀ ਸਮਝੀਏ ਤੁਹਾਡੀ ਬੇਟੀ ਦਾ? ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ? ਨਹੀਂ, ਫਿਲਹਾਲ ਤੇ ਉਹਨੂੰ ਕੋਈ ਇੰਟਰਸਟ ਨਹੀਂ ਹੈਗੀ ਇਸ ਪੋਲਿਟਿਕਸ ਲੈਣ ਦੇ ਵਿੱਚ। ਤੁਹਾਨੂੰ ਪਤਾ ਕਿ ਹਾਲੇ ਹੁਣੇ ਸਦਮੇ ਚੋਂ ਬਾਹਰ ਆਈ ਆ, ਫਿਲਹਾਲ ਨਹੀਂ, ਆਉਣ ਵਾਲੇ ਟਾਈਮ ਦੇ ਵਿੱਚ ਕੁਝ ਨਹੀਂ ਕਹਿ ਸਕਦੇ ਜੀ ਅੱਗੇ। ਪਰ ਇਲੈਕਸ਼ਨਸ ਦੇ ਵਿੱਚ ਫਾਦਰ ਸਾਹਿਬ ਦਾ ਜਿਹੜਾ ਸਾਥ ਆ ਜ਼ਰੂਰ ਮਿਲੂਗਾ ਬੇਟੀ ਨੂੰ? ਹਾਂ, ਉਮੀਦ ਕਰਦਾ, ਬਿਲਕੁਲ ਜੀ, ਬਿਲਕੁਲ ਮਿਲੇਗਾ ਜੀ। ਤੇ ਕਿਵੇਂ ਹੁਣ ਤੁਹਾਨੂੰ ਲੱਗਦਾ ਕੋਈ ਵੱਡੀ ਜ਼ਿੰਮੇਵਾਰੀ ਵਾਕਈ ਬੀਜੇਪੀ ਦੇ ਵੱਲੋਂ ਤੁਹਾਨੂੰ ਦਿੱਤੀ ਜਾਊਗੀ, ਜਾਂ ਕੋਈ ਟਿਕਟ ਨੂੰ ਲੈ ਕੇ ਤੁਹਾਨੂੰ ਉੱਥੋਂ ਉਮੀਦਵਾਰ ਐਲਾਨਿਆ ਜਾਂਦਾ, ਕੁਛ ਇਸ ਤਰ੍ਹਾਂ ਦਾ ਹੋਈ ਹੈ ਕੋਈ ਗੱਲਬਾਤ? ਮੈਂ ਨਾ ਜੀ ਇੱਥੇ ਸਾਡੇ ਹਲਕਾ ਖਡੂਰ ਸਾਹਿਬ ਦੇ ਵਿੱਚ ਮੈਂ ਕੋਈ 4 ਸਾਲ ਤੋਂ ਵਰਕ ਕਰ ਰਿਹਾ ਇੱਥੇ ਪਿੰਡਾਂ ਦੇ ਵਿੱਚ ਜੀ। ਕਾਫੀ ਸਾਰੇ ਲੋਕਾਂ ਨੂੰ ਮੈਂ ਜਾਣਦਾ, ਪਿੰਡੋਂ ਪਿੰਡੀ ਜਾ ਕੇ ਮੈਂ ਲੋਕਾਂ ਦੇ ਮਸਲੇ ਵੀ ਕਾਫੀ ਹੱਲ ਕਰਵਾਏ ਆ, ਕੁਝ ਪ੍ਰੋਬਲਮਾਂ ਵੀ ਕਾਫੀ ਲੋਕਾਂ ਦੀਆਂ ਹੱਲ ਹੋਈਆਂ। ਅਸੀਂ ਕਰੋਨਾ ਟਾਈਮ ਦੇ ਵਿੱਚ ਵੀ ਕਾਫੀ ਲੋਕਾਂ ਦੀ ਮਦਦ ਕੀਤੀ ਹੈ ਜੀ। ਜੇ ਅਗਰ ਪਾਰਟੀ ਟਿਕਟ ਦੇਗੀ ਤਾਂ ਮੈਂ ਖਡੂਰ ਸਾਹਿਬ ਹਲਕੇ ਤੋਂ ਜ਼ਰੂਰ ਲੜਾਂਗਾ। ਅੱਛਾ, ਤੇ ਜਦੋਂ ਕਿਸਾਨ ਅੰਦੋਲਨ ਚੱਲਦਾ ਪਿਆ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਤੁਹਾਨੂੰ ਮਹਿਸੂਸ ਹੋਇਆ ਕਿ ਵੀ ਬੀਜੇਪੀ ਜੁਆਇਨ ਕਰਨੀ ਚਾਹੀਦੀ ਹੈ? ਕਿਉਂਕਿ ਉਦੋਂ ਪੰਜਾਬ ਦੇ ਵਿੱਚ, ਦੇਸ਼ ਭਰ ਦੇ ਵਿੱਚ ਬੀਜੇਪੀ ਦਾ ਬਹੁਤ ਵੱਡਾ ਵਿਰੋਧ ਹੋ ਰਿਹਾ ਸੀਗਾ। ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਨਾ ਕਿ ਵੀ ਤੁਹਾਡੀ ਦਿਲੀ ਇੱਛਾ ਸੀਗੀ ਕਿ ਤੁਸੀਂ ਬੀਜੇਪੀ ਦੇ ਵਿੱਚ ਸ਼ਾਮਿਲ ਹੋਵੋ, ਪਰ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਦੋਂ ਮਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਗੁੱਸਾ ਸੀ ਕਿ ਬੀਜੇਪੀ ਨੇ ਜੋ ਕੀਤਾ ਇਹ ਗਲਤ ਕੀਤਾ? ਦੇਖੋ ਜੀ, ਗੁੱਸਾ ਤਾਂ ਫਿਰ ਹਰ ਇੱਕ ਦੇ ਮਨ ਦੇ ਵਿੱਚ ਸੀ, ਹੈ ਨਾ। ਦੇਖੋ, ਇਹਦੇ ਵਿੱਚ ਜੇ ਆਪਾਂ ਕਹੀਏ ਕਿ ਕੱਲੀ ਬੀਜੇਪੀ ਸਰਕਾਰ ਦੀ ਗਲਤੀ ਆ, ਸਿਰਫ ਮੋਦੀ ਸਾਹਿਬ ਦੀ ਗਲਤੀ ਆ, ਦੇਖੋ ਕਹਿੰਦੇ ਨਾ ਇਲਜ਼ਾਮ ਤੇ ਹੁਣ ਇੱਕ ਬੰਦੇ ਤੇ ਲੱਗਦਾ ਜਿਹੜਾ ਮੇਨ ਹੁੰਦਾ, ਹੈ ਨਾ। ਕਸੂਰ ਤੇ ਸਾਰਿਆਂ ਦਾ ਹੁੰਦਾ। ਦੇਖੋ, ਉਸ ਟਾਈਮ ਦੇ ਵਿੱਚ ਅਕਾਲੀ ਦਲ ਦੇ ਵੀ MP ਸੀ, MLA ਸੀ, ਦੂਸਰੇ ਕਾਂਗਰਸ ਦੇ ਵੀ ਸੀ,
ਐਕਚੁਅਲੀ ਇਹ ਜਦੋਂ ਇਹ ਬਿੱਲ ਪਾਸ ਹੋਏ ਆ, ਸਾਈਨ ਤੇ ਸਾਰਿਆਂ ਦੇ ਹੋਏ ਆ ਨਾ ਜੀ, ਸਹਿਮਤੀ ਤੇ ਸਾਰਿਆਂ ਦੀ ਸੀ ਨਾ ਇਹਦੇ ਵਿੱਚ। ਲੇਕਿਨ ਜਿਹੜਾ ਦੋਸ਼ੀ ਆ ਕੱਲਾ ਬੀਜੇਪੀ ਨੂੰ ਠਹਿਰਾਇਆ ਗਿਆ, ਮੋਦੀ ਸਾਹਿਬ, ਮੇਨ ਮੋਦੀ ਸਾਹਿਬ ਤੇ ਗੱਲ ਆ ਗਈ ਜੀ, ਠੀਕ ਆ। ਲੇਕਿਨ ਉਸ ਚੀਜ਼ ਨੂੰ ਉਹਨਾਂ ਨੇ ਦੇਖਦੇ ਹੋਇਆ ਕਿ ਕਿਸਾਨਾਂ ਨੂੰ ਨਹੀਂ ਪਸੰਦ, ਚਲੋ ਕਿਸਾਨਾਂ ਨੇ ਵੀ ਬਹੁਤ ਸੰਘਰਸ਼ ਕੀਤਾ ਤੇ ਚਲੋ ਹੁਣ ਆਪਣਾ ਮਸਲਾ ਹੱਲ ਹੋ ਗਿਆ ਜੀ, ਪਰ ਜਿਹੜਾ ਉਹਨਾਂ ਨੇ ਬਿੱਲ ਵਾਪਸ ਲੈ ਲਏ। ਪਰ ਮੌਜੂਦਾ ਸਮੇਂ ਦੇ ਵਿੱਚ ਕੀ ਲੱਗਦਾ ਪੰਜਾਬ ਦੇ ਵਿੱਚ ਜਿਹੜਾ ਬੀਜੇਪੀ ਦਾ ਅਕਸ ਪਹਿਲਾਂ ਸੀਗਾ, ਉਸ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ਖੜਾ ਹੁੰਦਾ ਵਾ, ਉਸ ਤੋਂ ਬਾਅਦ ਵਿੱਚ ਹੁਣ ਲੱਗਦਾ ਕਿ ਮੌਜੂਦਾ ਸਮੇਂ ਦੇ ਵਿੱਚ ਉਹ ਸਥਿਤੀ ਹੈਗੀ ਆ ਜਿਹੜੀ ਪਹਿਲਾਂ ਪਕੜ ਸੀਗੀ ਬੀਜੇਪੀ ਦੇ ਵਿੱਚ ਦੀ ਪੰਜਾਬ ਦੇ ਵਿੱਚ? ਬੀਜੇਪੀ ਜਿਹੜੀ ਪਕੜ ਸੀ ਪਹਿਲਾਂ, ਦੇਖੋ ਉਹਦੇ ਇੱਕ ਅਕਾਲੀ ਦਲ ਨੇ ਕਾਇਮ ਕੀਤੀ ਸੀ ਕਿ ਉਹ ਸਿਰਫ ਉਹ ਵੀ ਕੱਲੇ ਬੀਜੇਪੀ ਨੇ, ਉਹਨਾਂ ਨੇ ਕਦੀ ਕੋਸ਼ਿਸ਼ ਵੀ ਕੀਤੀ ਆ ਕਿ ਅਕਾਲੀ ਦਲ ਸੀ ਨਾਲ, ਹੈ ਨਾ। ਅਕਾਲੀ ਕਿੰਨੀਆਂ ਸੀਟਾਂ ਸੀ ਸਿਰਫ ਬੀਜੇਪੀ ਦੀਆਂ? ਕੁਝ ਸੀਟਾਂ ਸੀ, ਬਾਕੀ ਤਾਂ ਅਕਾਲੀ ਦਲ ਦੀਆਂ ਸੀਟਾਂ ਸੀ ਨਾ ਸਾਰੀਆਂ। ਇਹਦੇ ਫਸਟ ਟਾਈਮ ਆ ਪੰਜਾਬ ਦੇ ਵਿੱਚ ਜਦੋਂ ਹੁਣ ਬੀਜੇਪੀ ਕੱਲੀ ਜਿਹੜੀ ਚੋਣ ਲੜੇਗੀ ਪੰਜਾਬ ਦੇ ਵਿੱਚ। ਅਸਲ ਦੇ ਵਿੱਚ ਹੁਣ ਸਾਨੂੰ ਪਤਾ ਲੱਗਣਾ ਕਿ ਕਿੰਨੇ ਲੋਕ ਸਾਡਾ ਸਾਥ ਦਿੰਦੇ ਆ। ਤੁਹਾਨੂੰ ਕੀ ਲੱਗਦਾ ਕਿੰਨਾ ਕੁ ਸਾਥ ਮਿਲੂਗਾ ਲੋਕਾਂ ਦਾ? ਜੇ ਆਪਾਂ ਤੁਹਾਡੇ ਹਲਕੇ ਦੀ ਗੱਲ ਕਰਦੇ ਆ, ਖਡੂਰ ਸਾਹਿਬ ਦੀ ਗੱਲ ਕਰਦੇ ਆ, ਕਿੰਨਾ ਕੁ ਸਾਥ ਮਿਲੂਗਾ? ਮੌਜੂਦਾ ਉੱਥੇ ਹੈਗੇ ਨੇ ਮੇਰੇ ਖਿਆਲ ਦੇ ਵਿੱਚ ਰਮਨਜੀਤ ਸਿੰਘ ਸਿੱਕੀ ਨੇ। ਜੀ 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 ਬਿਲਕੁਲ। ਤੇ ਹੁਣ ਤੁਸੀਂ ਪਿਛਲੀ ਵਾਰੀ ਹਾਂਜੀ ਜੀ ਜੀ ਉਹਨਾਂ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਹਰਾਇਆ ਸੀਗਾ ਜੀ, ਬਿਲਕੁਲ ਹਰਾਇਆ। ਦੇਖੋ ਅਸੀਂ ਪਿੰਡਾਂ ਦੇ ਵਿੱਚ ਹੀ ਜਾਂਦੇ ਹਾਂ, ਉੱਧਰ ਖਡੂਰ ਸਾਹਿਬ ਜੀ, ਠੀਕ ਹੈ ਜੀ। ਉੱਥੇ ਪਿੰਡੋਂ ਪਿੰਡੀ ਦੱਸਦੇ ਆ ਕਿ ਅੱਜ ਤੱਕ MLA ਸਾਹਿਬ ਰਮਨਜੀਤ ਸਿੰਘ ਦੀ ਸਿੱਕੀ ਜਿੱਤਣ ਤੋਂ ਬਾਅਦ ਕਦੀ ਵੀ ਕਿਸੇ ਪਿੰਡ 'ਚ ਨਹੀਂ ਗਏ ਜੀ, ਕਦੀ ਵੀ ਉਹਨਾਂ ਨੇ ਸੰਗਤ ਦਰਸ਼ਨ ਨਹੀਂ ਕੀਤੇ, ਕਦੀ ਵੀ ਕਿਸੇ ਪਿੰਡ 'ਚ ਨਹੀਂ ਗਏ ਜਿੱਤਣ ਤੋਂ ਬਾਅਦ। ਹਾਲਾਂਕਿ ਪਹਿਲਾਂ ਉਹ ਹਰ ਇੱਕ ਘਰ ਦੇ ਵਿੱਚ, ਮਾੜੇ ਤੋਂ ਮਾੜੇ ਘਰ ਦੇ ਵਿੱਚ ਖਾਣਾ ਵੀ ਖਾਂਦੇ ਸੀ ਜਾ ਕੇ, ਉਹਨਾਂ ਨੂੰ ਮਿਲਦੇ ਵੀ ਸੀ, ਉਹਨਾਂ ਦੀਆਂ ਪ੍ਰੋਬਲਮਾਂ ਵੀ ਹੱਲ ਕਰਦੇ ਸੀ। ਲੇਕਿਨ ਜਿੱਤਣ ਤੋਂ ਬਾਅਦ ਉਹ ਕਿਤੇ ਵੀ ਨਹੀਂ, ਕਿਸੇ ਦੇ ਇੱਕ ਪਿੰਡ ਵੀ ਨਹੀਂ ਗਏ ਜੀ। ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਰੋਸ ਹੈ ਜੀ, ਬਹੁਤ ਜ਼ਿਆਦਾ ਰੋਸ ਆ। ਬਾਕੀ ਜੇ ਕਹਿ ਲਓ ਕਿ ਤੁਸੀਂ ਬੀਜੇਪੀ ਦਾ ਵਿਰੋਧ ਕਰਦੇ ਆ ਲੋਕ, ਆਮ ਜਨਤਾ ਕੋਈ ਵਿਰੋਧ ਨਹੀਂ ਕਰਦੀ। ਸਿਰਫ ਜਿਹੜੇ ਵਿਰੋਧ ਕਰਦੇ ਆ ਉਹ ਕੁਝ ਪਾਰਟੀ ਦੇ ਲੋਕ ਆ, ਜਿਹੜੇ ਕਿ ਅਕਾਲੀ ਦਲ ਦੇ ਆ ਜਾਂ ਕਾਂਗਰਸ ਦੇ, ਕਿਸੇ ਨਾ ਕਿਸੇ ਪਾਰਟੀ 'ਚ ਜੁੜੇ ਹੋਏ ਆ। ਉਹ ਕੁਝ ਲੋਕ ਇਕੱਠੇ ਹੋ ਕੇ ਜਿਹੜੇ ਪਿੰਡ ਦੇ ਵਿਚਾਰੇ, ਜਿਹਨਾਂ ਨੂੰ ਕੁਝ ਪਤਾ ਹੀ ਨਹੀਂ ਰਾਜਨੀਤੀ ਦਾ, ਉਹਨਾਂ ਨੂੰ ਗੁੰਮਰਾਹ ਕਰਕੇ ਉਹ ਬੀਜੇਪੀ ਦੇ ਖਿਲਾਫ ਭੜਕਾਉਂਦੇ ਆ ਜੀ। ਜੇ ਕਹਿ ਲਓ ਤੁਸੀਂ ਆਮ ਲੋਕ ਬੀਜੇਪੀ ਦਾ ਵਿਰੋਧ ਕਰਦੇ ਆ, ਆਮ ਵੋਟਰ ਵਿਰੋਧ ਨਹੀਂ ਕਰਦਾ ਬੀਜੇਪੀ ਦਾ, ਕਿਉਂਕਿ ਬੀਜੇਪੀ ਦਾ ਕਿਉਂ ਵਿਰੋਧ ਕਰੂਗਾ ਜੀ ਜਦੋਂ ਮੋਦੀ ਸਾਹਿਬ ਇੰਨੀਆਂ ਸਹੂਲਤਾਂ ਦੇ ਰਹੇ ਹੈ ਨਾ ਜੀ, ਕਣਕ ਫ੍ਰੀ ਮਿਲ ਰਹੀ ਆ, ਸਿਲੰਡਰ ਮਿਲ ਰਹੇ ਆ, ਕਿਉਂਕਿ ਕਿੰਨਾ ਕੁਛ ਦੇ ਰਹੇ ਆ ਜੀ ਮੋਦੀ ਸਾਹਿਬ। ਕਿਉਂ ਵਿਰੋਧ ਕਰਨ? ਆਮ ਬੰਦਾ ਵਿਰੋਧ ਨਹੀਂ ਕਰਦਾ ਜੀ। ਇਹ ਸਿਰਫ ਇੱਕ ਉਹਨਾਂ ਨੂੰ ਭਟਕਾਇਆ ਜਾਂਦਾ, ਜਿੱਦਾਂ ਕਹਿ ਲਓ ਕਿ ਕੁਝ ਪਾਰਟੀਆਂ ਦੇ 5-7-10 ਬੰਦੇ ਇਕੱਠੇ ਹੋ ਕੇ ਉਹਨਾਂ ਨੂੰ ਮਗਰ ਲਾ ਕੇ ਉਹਨਾਂ ਦੀ ਸ਼ਹਿ ਹੁੰਦੀ ਹੈ ਜੀ ਉਹਦੇ ਵਿੱਚ, ਤਾਂ ਭਟਕਾਇਆ ਨਾ। ਆਮ ਬੰਦਾ ਵਿਰੋਧ ਨਹੀਂ ਕਰਦਾ ਜੀ। ਅੱਛਾ, ਜੇ ਆਪਾਂ ਪਿਛਲੀ ਵਿਧਾਨ ਸਭਾ ਚੋਣ ਦੀ ਗੱਲ ਕਰੀਏ ਤਾਂ ਉਦੋਂ ਜਿਹੜਾ ਵੋਟ ਸ਼ੇਅਰ ਸੀਗਾ ਕਾਂਗਰਸ ਦੇ ਕੋਲੇ 44 ਸੀਗਾ, ਸ਼੍ਰੋਮਣੀ ਅਕਾਲੀ ਦਲ ਕੋਲੇ 32 ਸੀਗਾ ਤੇ ਆਪ ਕੋਲੇ 19 ਸੀਗਾ, ਤੇ ਹੁਣ ਭਾਜਪਾ ਆ ਗਈ ਆ ਇਸ ਚੋਣ ਮੈਦਾਨ ਦੇ ਵਿੱਚ। ਕੀ ਲੱਗਦਾ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਉੱਥੇ 32 ਸੀਗਾ ਤੇ ਹੁਣ ਭਾਜਪਾ ਦਾ ਕਿੰਨਾ ਹੋਊਗਾ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਇਕੱਠਿਆਂ ਨੇ ਉੱਥੇ ਜ਼ੋਰ ਲਗਾਇਆ ਸੀਗਾ ਖਡੂਰ ਸਾਹਿਬ ਦੇ ਵਿੱਚ 2017 ਦੇ ਵਿੱਚ, ਤੇ ਹੁਣ 2022 ਦੇ ਵਿੱਚ ਕਿੰਨਾ ਲੈ ਕੇ ਜਾਊਗੀ ਭਾਜਪਾ? ਦੇਖੋ ਇਹਨਾਂ ਨੂੰ ਥੋੜਾ ਟਾਈਮ ਦਿਓ, ਜਦੋਂ ਬਸ ਥੋੜੇ ਦਿਨ ਖਲੋਵੋ ਇਹ ਤੁਹਾਨੂੰ ਆਪੇ ਪਤਾ ਲੱਗ ਜਾਣਾ ਜੀ। ਮੇਰਾ ਥੋੜੇ ਦਿਨਾਂ ਦੀ ਗੱਲ ਆ, ਕਿਉਂਕਿ ਹਾਲੇ ਲੋਕ ਜਿਹੜੇ ਆ ਨਾ ਜੀ, ਥੋੜੇ ਜਿਹੇ ਲੋਕ ਹਾਲੇ ਨਾ ਭੜਕੇ ਹੋਏ ਆ, ਕਿਉਂਕਿ ਇਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ। ਜਦੋਂ ਹੁਣ ਬੰਦੇ ਅਸੀਂ ਇਹਨਾਂ ਨੇ ਹਲਕਾ ਇੰਚਾਰਜ ਲਾ ਦੇਣਗੇ ਨਾ ਜੀ ਥਾਂ ਬੀਜੇਪੀ ਵਾਲੇ, ਠੀਕ ਹੈ ਨਾ ਜੀ, ਪਾਰਟੀ ਆਪਣੇ ਜਿਹਨੂੰ ਵੀ ਇਹਨਾਂ ਨੇ ਚੁਣਨਾ ਹੋਇਆ ਚੁਣ ਕੇ ਹਲਕਾ ਇੰਚਾਰਜ ਜਿੱਥੇ ਲਾਏਗੀ, ਉਹ ਆਪੇ ਲੋਕੀ ਜਾ ਕੇ ਜਿਹੜੇ ਨੁਮਾਇੰਦੇ ਲਾਉਣਗੇ ਆਪੇ ਜਾ ਕੇ ਲੋਕਾਂ ਨੂੰ ਸਮਝਾਉਣਗੇ, ਲੋਕਾਂ 'ਚ ਵਿਚਰਨਗੇ ਜੀ। ਫਿਲਹਾਲ ਤੇ ਹੁਣ ਬੀਜੇਪੀ ਦਾ ਕੋਈ ਬੰਦਾ ਹੀ ਨਹੀਂ ਜਾਂਦਾ ਕਿ ਪਿੰਡ ਦੇ ਵਿੱਚ ਜਾਂ ਤੇ ਉਹਨਾਂ ਨੂੰ ਜਾ ਕੇ ਸਮਝਾਉਣ, ਹੈ ਨਾ ਜੀ। ਹੁਣ ਤੇ ਸਿਰਫ ਦੂਸਰੀਆਂ ਪਾਰਟੀਆਂ ਵਾਲਿਆਂ ਦੀ ਚੁੱਕਣਾ 'ਚ ਆ ਕੇ ਲੋਕ ਏਦਾਂ ਬੋਲ ਰਹੇ ਆ ਨਾ, ਵਿਰੋਧ ਕਰ ਰਹੇ ਆ। ਜਦੋਂ ਅਸੀਂ ਜਾ ਕੇ ਲੋਕਾਂ ਨੂੰ ਮਿਲਾਂਗੇ, ਉਹਨਾਂ ਨੂੰ ਸਮਝਾਵਾਂਗੇ,
ਤੇ ਫਿਰ ਵੇਖੋ ਤੁਸੀਂ ਥੋੜੇ ਦਿਨਾਂ ਦੇ ਵਿੱਚ ਵੇਖੋ ਕਿੰਨੇ ਕਿੰਨੇ ਪਰਸੈਂਟ ਜਾਂਦੀ ਪਾਰਟੀ ਤਾਂ ਜੀ। ਪਰ ਸਵਾਲ ਫਿਰ ਉੱਥੇ ਹੀ ਚਲਾ ਗਿਆ ਜਿੱਥੇ ਮੈਂ ਪਹਿਲਾਂ ਕਰਕੇ ਹਟਿਆ ਸੀਗਾ ਕਿ ਵੀ ਲੋਕਾਂ ਨੇ ਜਾਂਦਿਆਂ ਸਾਰ ਤੁਹਾਨੂੰ ਦਰਵਾਜ਼ੇ ਤੇ ਪੁੱਛਣਾ ਕਿ ਵੀ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਅੰਦੋਲਨ ਜਿਹੜਾ ਖੜਾ ਹੋਇਆ ਸੀਗਾ ਮੋਦੀ ਸਾਹਿਬ ਨੇ ਸਾਡੇ ਨਾਲ ਕੀਤਾ ਸੀ, ਪਹਿਲਾਂ ਉਸ ਗੱਲ ਦਾ ਜਵਾਬ ਦਿਓ। ਸ਼ਾਇਦ ਲੱਗਦਾ ਨਹੀਂ ਤੁਹਾਡਾ ਪਹਿਲਾਂ ਉੱਥੇ ਹੀ ਕਾਫੀ ਟਾਈਮ ਵੇਸਟ ਹੋਊਗਾ ਉਹਨਾਂ ਚੀਜ਼ਾਂ ਨੂੰ ਸਮਝਾਉਣ ਵਾਸਤੇ, ਗੱਲ ਕਰਨ ਵਾਸਤੇ। ਬਿਲਕੁਲ ਸਮਾਂ ਵੀ ਬਹੁਤ ਥੋੜਾ ਰਹਿ ਗਿਆ। ਜੀ 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 ਬਿਲਕੁਲ ਜੀ। ਟਾਈਮ ਤੇ ਸਾਨੂੰ ਚਾਹੀਦਾ ਬਹੁਤ ਜ਼ਿਆਦਾ ਸਮਝਾਉਣ ਵਾਸਤੇ। ਫਿਲਹਾਲ ਤੇ ਜਿੱਦਾਂ ਤੁਸੀਂ ਦੱਸ ਰਹੇ ਟਾਈਮ ਬਹੁਤ ਥੋੜਾ, ਸਮਾਂ ਬਹੁਤ ਥੋੜਾ, ਲੇਕਿਨ ਚਲੋ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਜੀ ਹਰ ਇੱਕ ਬੰਦੇ ਨੂੰ ਸਮਝਾਉਣ ਦੀ। ਬਾਕੀ ਇਹ ਹੈ ਕਿ ਦੇਖੋ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹਦੇ ਚ ਚਲੋ ਨਿਸ਼ਾਨੇ ਦੇ ਮੋਦੀ ਸਾਹਿਬ ਆ ਗਏ ਇਕੱਲੇ, ਬਟ ਦੇਖੋ ਇਹ ਇਕੱਲੇ ਮੋਦੀ ਸਾਹਿਬ ਨੇ ਬਿੱਲ ਨਹੀਂ ਸੀ ਪਾਸ ਕੀਤਾ, ਸਾਰੇ ਮੈਂਬਰਾਂ ਦੇ ਸੁਖਬੀਰ ਬਾਦਲ, ਕੈਪਟਨ ਸਾਹਿਬ ਜਾਂ ਕੋਈ ਵੀ ਲਾ ਲਓ ਜੀ ਵੱਡੇ ਇਹ ਸਾਰਿਆਂ ਦੇ ਸਾਈਨ ਵਗੈਰਾ ਹੋਏ ਸੀ ਜੀ ਉਦੋਂ, ਤਾਂ ਹੀ ਬਿੱਲ ਪਾਸ ਹੋਇਆ ਨਾ ਜੀ ਇਹ। ਲੇਕਿਨ ਤਲਵਾਰ ਕੀਤੀ ਦੀ ਕੀ ਮੋਦੀ ਸਾਹਿਬ ਤੇ। ਪਰ ਜ਼ਿਆਦਾਤਰ ਮੈਂ ਕਹਿੰਦਾ ਜੀ ਫਿਰ ਵੀ ਦੇਖੋ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਕਿੰਨੀਆਂ ਸ਼ਹੀਦੀਆਂ ਹੋਈਆਂ ਜੀ ਉੱਥੇ ਅੰਦੋਲਨ ਦੇ ਵਿੱਚ, ਹਨਾ, ਕਿੰਨੀਆਂ ਲੋਕਾਂ ਦੀ ਜਾਨ ਗਈ ਇਸ ਅੰਦੋਲਨ ਦੇ ਵਿੱਚ। ਫਿਰ ਵੀ ਮੋਦੀ ਸਾਹਿਬ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਬਿੱਲ ਵਾਪਸ ਲੈ ਲਏ। ਮੈਂ ਤੇ ਸਲੂਟ ਕਰਦਾ ਜੀ ਇਹੋ ਜਿਹੇ ਪੀਐਮ ਨੂੰ ਕਿ ਫਿਰ ਵੀ ਲੋਕਾਂ ਨੂੰ ਖੁਸ਼ ਕਰਨ ਲਈ ਉਹਨਾਂ ਨੇ ਬਿੱਲ ਵਾਪਸ ਲੈ ਲਏ। ਤੁਸੀਂ ਇੱਕ ਨਾਮ ਲੈਣਾ ਸ਼ਾਇਦ ਭੁੱਲ ਗਏ ਜਿਹੜਾ ਆਮ ਤੌਰ ਤੇ ਜ਼ਿਕਰ ਹੁੰਦਾ ਖੇਤੀ ਕਾਨੂੰਨਾਂ ਦੇ ਬਿੱਲਾਂ ਨੂੰ ਲੈ ਕੇ, ਹਰਸਿਮਰਤ ਕੌਰ ਬਾਦਲ ਦਾ ਸ਼ਾਇਦ ਤੁਸੀਂ ਨਾਮ ਲੈਣਾ ਭੁੱਲ ਗਏ ਉਹ ਵਾਲਾ। ਜੀ ਬਿਲਕੁਲ, ਉਹ ਵੀ ਤਾਂ ਉੱਥੇ ਸੀ, ਉਹਨਾਂ ਦੇ ਵੀ ਤਾਂ ਸਾਈਨ ਹੋਏ ਆ ਨਾ ਜੀ। ਜੀ ਉਹ ਵੀ ਤਾਂ ਵੇਖਿਆ ਨਾ ਜੀ। ਪਰ ਕੈਪਟਨ ਸਾਹਿਬ ਕੈਪਟਨ ਅਮਰਿੰਦਰ ਸਿੰਘ ਤੇ ਨਹੀਂ ਇੰਨਾ ਇਲਜ਼ਾਮ ਲੱਗੇ ਸੀਗੇ ਜਿੰਨੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਤੇ ਲੱਗੇ ਸੀਗੇ। ਦੇਖੋ ਜੀ ਗੱਲ ਤੇ ਫਿਰ ਆ ਗਈ ਉੱਥੇ ਆ ਗਈ ਨਾ ਜੀ, ਕਿਉਂਕਿ ਮੇਨ ਇਹਨਾਂ ਦਾ ਸੀ ਨਾ ਜੀ, ਅਕਾਲੀ ਦਲ ਦਾ ਸੀ ਨਾ। ਅਕਾਲੀ ਦਲ ਨੇ ਦੇਖੋ ਪਿੱਛੇ ਹੋ ਗਏ ਬੀਜੇਪੀ ਤੋਂ, ਠੀਕ ਹੈ ਨਾ ਜੀ। ਬੀਜੇਪੀ ਤੋਂ ਸਮਰਥਨ ਆਪਣਾ ਵਾਪਸ ਲੈ ਲਿਆ ਇਹਨਾਂ ਨੇ, ਗੰਢ ਜੋੜ ਤੋੜਤਾ ਹੈ ਨਾ ਜੀ, ਗੰਢ ਬੰਧਨ ਤੋੜਤਾ ਸੀ ਇਹਨਾਂ ਨੇ। ਲੇਕਿਨ ਸਾਈਨ ਤੇ ਇਹਨਾਂ ਦੇ ਵੀ ਹੋਈ ਸੀ ਨਾ ਉਦੋਂ ਬਿੱਲ ਪਾਸ ਤੇ ਜੀ। ਤੇ ਕਿਵੇਂ ਦਾ ਮਾਹੌਲ ਹੈ ਘਰ ਦੇ ਵਿੱਚ, ਕੀ ਕਹਿਣਾ ਪਰਿਵਾਰਿਕ ਮੈਂਬਰਾਂ ਦਾ? ਸ਼ਹਿਨਾਜ਼ ਗਿੱਲ ਦੇ ਨਾਲ ਤੁਹਾਡੀ ਗੱਲਬਾਤ ਹੋਈ? ਨਹੀਂ, ਸ਼ਾਮਾਂ ਨੂੰ ਹੋ ਜਾਏਗੀ। ਠੀਕ ਹੈ, ਹਾਂਜੀ। ਤੇ ਹੁਣ ਜਿਹੜੇ ਸ਼ਹਿਨਾਜ਼ ਗਿੱਲ ਦੇ ਵੀ ਪ੍ਰਸ਼ੰਸਕ ਹੈਗੇ ਨੇ, ਕੀ ਮੰਨ ਕੇ ਚੱਲਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਰਾਜਨੀਤਿਕ ਸਟੇਜ ਤੇ ਉਹਨਾਂ ਨੂੰ ਦੇਖਿਆ ਜਾਊਗਾ ਪੰਜਾਬ ਦੇ ਵਿੱਚ? ਫਿਲਹਾਲ ਨਹੀਂ, ਲੇਕਿਨ ਸ਼ਾਇਦ ਗਾਂ ਆਉਣ ਵਾਲੇ ਟਾਈਮ ਪਤਾ ਨਹੀਂ ਕਿੱਦਾਂ ਦਾ ਹੋਣਾ ਜੀ, ਦੇਖੋ ਕੀ ਬਣਦਾ। ਬਾਕੀ ਹਾਲੇ ਉਹਦਾ ਕੋਈ ਵਿਚਾਰ ਨਹੀਂ, ਕੋਈ ਪੋਲੀਟਿਕਸ 'ਚ ਆਉਣ ਦਾ ਕੋਈ ਉਹ ਇੰਟਰਸਟ ਨਹੀਂ ਲੈਂਦੇ ਜੀ ਪੋਲੀਟਿਕਸ 'ਚ। ਹਾਂ ਬਿਲਕੁਲ, ਮੈਂ ਇੱਕ ਘਰ 'ਚੋਂ ਇੱਕ ਹੀ ਮੈਂਬਰ ਆ ਜਿਹੜਾ ਪੋਲੀਟਿਕਸ 'ਚ ਇੰਟਰਸਟ ਲੈਂਦਾ। ਬਾਕੀ ਹੈ ਕਿ ਮੇਰਾ ਸਾਥ ਬੱਚੇ ਜ਼ਰੂਰ ਦਿੰਦੇ ਆ ਜੀ। ਅੱਛਾ, ਤੁਸੀਂ ਬੀਜੇਪੀ ਦੇ ਵਿੱਚ ਸ਼ਾਮਲ ਹੁਣੇ ਹੋਏ ਹੋ, ਇੱਕ ਇਲਜ਼ਾਮ ਬੜੇ ਲੱਗਦੇ ਪਏ ਨੇ, ਮਨਜਿੰਦਰ ਸਿੰਘ ਸਿਰਸਾ ਆਪਣਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ਹੋਰ ਕਈ ਚਿਹਰੇ ਹੈਗੇ ਨੇ ਅਕਾਲੀ ਦਲ ਤੋਂ ਚਲੇ ਜਾਂਦੇ ਨੇ। ਇਲਜ਼ਾਮ ਲੱਗਦੇ ਪਏ ਨੇ ਕਿ ਬੀਜੇਪੀ ਧੱਕੇ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਅਟੈਚ ਕਰਦੀ ਪਈ ਆ, ਆਪਣੇ ਨਾਲ ਜੋੜਦੀ ਪਈ ਹੈ। ਇਹ ਗੱਲ ਸਹੀ ਹੈ ਕਿ ਗਲਤ ਆ? ਬਿਲਕੁਲ ਗਲਤ ਹੈ ਜੀ। ਦੇਖੋ ਮੈਨੂੰ ਤਾਂ ਕਿਸੇ ਨੇ ਨਹੀਂ ਕਿਹਾ ਜੀ ਕਿ ਬੀਜੇਪੀ ਚ ਆਉਣ ਲਈ, ਨਾ ਕਿਸੇ ਨੇ ਕੋਈ ਮਜਬੂਰ ਕੀਤਾ, ਮੈਂ ਆਪਣੀ ਮਰਜ਼ੀ ਨਾਲ ਗਿਆ ਜੀ। ਮਨਜਿੰਦਰ ਸਿੰਘ ਸਿਰਸਾ ਤੇ ਉਂਗਲ ਉੱਠੀ ਹੈ ਕਿ ਵੀ ਉਹਨਾਂ ਨੂੰ ਕਿਹਾ ਗਿਆ ਜਾਂ ਤਾਂ ਜੇਲ੍ਹ ਚਲੇ ਜਾਓ, ਜਾਂ ਤਾਂ ਤੁਹਾਡੇ ਤੇ ਪਰਚੇ ਹੋਣਗੇ, ਜਾਂ ਤੁਸੀਂ ਬੀਜੇਪੀ ਜੁਆਇਨ ਕਰ ਲਓ। ਇੱਕ ਵੱਡਾ ਸਿੱਖ ਚਿਹਰਾ। ਨਹੀਂ, ਲੇਕਿਨ ਕਿਉਂ? ਮੇਰੀ ਬੇਨਤੀ ਸੁਣੋ ਨਾ, ਮੈਨੂੰ ਤਾਂ ਕਿਸੇ ਨੇ ਨਹੀਂ ਕਿਹਾ ਜੀ। ਬਾਕੀ ਚਲੋ ਮੈਂ ਉਹਨਾਂ ਦਾ ਮੈਨੂੰ ਪਤਾ ਨਹੀਂ ਜੀ, ਹੋ ਸਕਦਾ ਉਹਨਾਂ ਦਾ ਕੋਈ ਵੱਡਾ ਮਸਲਾ ਹੋਵੇ, ਹਨਾ। ਬਾਕੀ ਮੈਂ ਤੇ ਆਪਣੀ ਮਰਜ਼ੀ ਨਾਲ ਬੀਜੇਪੀ ਸ਼ਾਮਲ ਕੀਤੀ ਹੈ ਜੀ, ਮੈਨੂੰ ਕਿਸੇ ਨੇ ਫੋਰਸ ਨਹੀਂ ਕੀਤਾ। ਠੀਕ ਹੈ ਸਰ, ਸ਼ੁਕਰੀਆ ਸਰ, ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ, ਵੈਲਕਮ ਸਰ।